ਇਹ ਛੋਟੇ ਛੋਟੇ ਮਾਸੂਮ ਬੱਚੇ ਆਪਣੀ ਮਾਂ ਦੇ ਲਈ ਰੋ ਰਹੇ ਨੇ। ਇਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਕਿਵੇਂ ਇਹਨਾਂ ਦੀ ਮਾਂ ਨੂੰ ਸਕੇ ਮਾਮੇ ਦੇ ਵੱਲੋਂ ਖਤਮ ਕੀਤਾ ਗਿਆ। ਦਰਅਸਲ ਪਿੰਡ ਦੇ ਵਿੱਚ ਛੁੱਟੀਆਂ ਕੱਟਣ ਆਏ ਇਹ ਦੋਵੇਂ ਬੱਚੇ ਆਪਣੀ ਮਾਂ ਦੇ ਨਾਲ ਆਏ ਸੀ। ਨਾਨਕਿਆਂ ਦੇ ਘਰ ਦੇ ਵਿੱਚ ਆਏ ਉਹ ਦੱਸਿਆ ਗਿਆ ਕਿ ਕਿਵੇਂ ਇੱਥੇ ਰਹਿੰਦੇ ਮਾਮੇ ਨੇ ਉਹਨਾਂ ਦੀ ਮਾਂ ਨੂੰ ਹੀ ਖਤਮ ਕਰ ਦਿੱਤਾ। ਇਹ ਮਾਂ ਚੰਡੀਗੜ੍ਹ ਮੋਹਾਲੀ ਦੇ ਵਿੱਚ ਇੱਕ ਸਕੂਲ ਦੇ ਵਿੱਚ ਅਧਿਆਪਕਾ ਦੇ ਤੌਰ ਤੇ ਪੜ੍ਹਾ ਰਹੀ ਸੀ ਅਤੇ ਛੁੱਟੀਆਂ ਹੁੰਦੇ ਸਾਰ ਹੀ ਆਪਣੇ ਪਿਤਾ ਨੂੰ ਮਿਲਣ ਦੀ ਇੱਛਾ ਰੱਖਦੇ ਹੋਏ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਲੈ ਕੇ ਪਿੰਡ ਪਹੁੰਚ ਗਈ। ਪਰ ਪਿੰਡ ਦੇ ਵਿੱਚ ਜੋ ਕੁਝ ਚੱਲ ਰਿਹਾ ਸੀ ਉਸ ਨੂੰ ਸ਼ਾਇਦ ਇਸ ਤੋਂ ਖਬਰ ਨਹੀਂ ਹੋ ਰਹੀ ਸੀ ਕਿ ਉਸ ਦੇ ਨਾਲ ਹੀ ਇੱਕ ਮੰਦਭਾਗਾ ਭਾਣਾ ਵਾਪਰਨਾ ਹੈ। ਪਤੀ ਅਤੇ ਬੱਚਿਆਂ ਦੇ ਵੱਲੋਂ ਹੁਣ ਇਸ ਗੱਲ ਨੂੰ ਲੈ ਕੇ ਕੋਸਿਆ ਜਾ ਰਿਹਾ ਹੈ ਕਿ ਆਖਿਰਕਾਰ ਉਹ ਪਿੰਡ ਆਏ ਹੀ ਕਿਉਂ ਸੀ। ਇਸ ਭਰਾ ਦੇ ਵੱਲੋਂ ਸਕੇ ਭਰਾ ਦੇ ਵੱਲੋਂ ਆਪਣੀ ਭੈਣ ਨੂੰ ਕਿਉਂ ਖਤਮ ਕੀਤਾ ਗਿਆ, ਇਸ ਸਾਰੇ ਮਾਮਲੇ ਤੇ ਇੱਕ ਨਜ਼ਰ ਮਾਰਦੇ ਹਾਂ। ਪਰ ਉਸ ਤੋਂ ਪਹਿਲਾਂ ਦੱਸ ਦਈਏ ਕਿ ਇੱਕ ਹੋਰ ਮਾਮੇ ਅਤੇ ਨਾਨੇ ਸਮੇਤ ਰੋ ਕੇ ਦੁਹਾਈ ਪਾਈ ਜਾ ਰਹੀ ਹੈ ਕਿ ਹੁਣ ਇਹਨਾਂ ਨੂੰ ਇਨਸਾਫ ਦਿੱਤਾ ਜਾਵੇ। ਬੱਚਿਆਂ ਦੀ ਅੱਖਾਂ ਦੇ ਸਾਹਮਣੇ ਜਦੋਂ ਇਹ ਮੰਦਭਾਗੀ ਘਟਨਾ ਵਾਪਰੀ ਤਾਂ ਬੱਚਿਆਂ ਨੇ ਰੋ ਕੇ ਆਪਣੇ ਪਿਤਾ ਨੂੰ ਸਾਰੀ ਗੱਲ ਦੱਸੀ ਅਤੇ ਨਾਲ ਹੀ ਪੁਲਿਸ ਦੇ ਕੋਲ ਵੀ ਆਪਣੇ ਬਿਆਨ ਦਰਜ ਕਰਵਾਏ ਨੇ। ਭੈਣਾਂ ਭਰਾਵਾਂ ਨੂੰ ਤਰਸਦੀਆਂ ਨੇ ਤੇ ਕਈ ਭਰਾ ਅਜਿਹੇ ਜ਼ਾਲਿਮ ਨਿਕਲਦੇ ਨੇ ਕਿ ਉਹਨਾਂ ਦੇ ਸਮੇਤ ਪੂਰੇ ਪਰਿਵਾਰ ਨੂੰ ਅਜਿਹਾ ਦੁੱਖ ਦਿੰਦੇ ਨੇ ਜਿਸ ਦਾ ਕਿ ਭਰਪਾਈ ਕਦੇ ਵੀ ਨਹੀਂ ਹੋ ਸਕਦੀ। ਫਾਜ਼ਿਲਕਾ ਤੋਂ ਇੱਕ ਅਜਿਹੀ ਖਬਰ ਸਾਹਮਣੇ ਆਈ ਜਿੱਥੇ ਇੱਕ ਅਧਿਆਪਕ ਛੁੱਟੀਆਂ ਕੱਟਣ ਗਈ ਆਪਣੇ ਭਰਾ ਦੇ ਘਰ ਤਾਂ ਉੱਥੇ ਭਰਾ ਦੇ ਵੱਲੋਂ ਇਸ ਅਧਿਆਪਕ ਭੈਣ ਨੂੰ ਖਤਮ ਕਰ ਦਿੱਤਾ ਗਿਆ। ਫਾਜ਼ਿਲਕਾ ਦੇ ਵਿੱਚ ਇੱਕ ਵਾਰ ਫਿਰ ਤੋਂ ਰਿਸ਼ਤੇ ਤਾਰ-ਤਾਰ ਕਰਨ ਵਾਲੀ ਇਹ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਘਰੇਲੂ ਵਿਵਾਦ ਨੂੰ ਲੈ ਕੇ ਫਾਜ਼ਿਲਕਾ ਦੇ ਵਿੱਚ ਹੀ ਭਰਾ ਦੇ ਵੱਲੋਂ ਆਪਣੀ ਭੈਣ ਨੂੰ ਖਤਮ ਕੀਤਾ ਗਿਆ। ਫਾਜ਼ਿਲਕਾ ਦੇ ਨਾਲ ਲੱਗਦੇ ਪਿੰਡ ਉੱਜਾਵਾਲੀ ਦਾ ਇਹ ਸਾਰਾ ਮਾਮਲਾ ਹੈ ਜਿੱਥੇ ਕਿ ਚੰਡੀਗੜ੍ਹ ਤੋਂ ਇੱਕ ਕੁੜੀ ਆਪਣੇ ਪਿਤਾ ਨੂੰ ਮਿਲਣ ਦੇ ਲਈ ਆਈ ਹੋਈ ਸੀ। ਇਸੇ ਦੌਰਾਨ ਘਰ ਦੇ ਵਿੱਚ ਜ਼ਮੀਨ ਦੀ ਵੰਡ ਨੂੰ ਲੈ ਕੇ ਚੱਲ ਰਹੇ ਵਿਵਾਦ ਕਰਕੇ ਉਸ ਕੁੜੀ ਦੇ ਵਿੱਚ ਬਚਾਅ ਕਰਨ ਦੀ ਉਸਨੇ ਜਦੋਂ ਕੋਸ਼ਿਸ਼ ਕੀਤੀ ਭਰਾਵਾਂ ਦੇ ਵਿੱਚ ਆਈ ਤਾਂ ਉਸ ਸਮੇਂ ਉਸ ਨੂੰ ਖਤਮ ਕੀਤਾ ਗਿਆ। ਬਚਾਅ ਕਰਨ ਦੀ ਕੋਸ਼ਿਸ਼ ਕਰਨ ਲੱਗੀ ਤਾਂ ਉਸਦੇ ਵੱਡੇ ਭਰਾ ਨੇ ਉਸ ਤੇ ਹੀ ਵਾਰ ਕਰ ਦਿੱਤਾ। ਬਾਰ-ਬਾਰ ਇਹ ਸਵਾਲ ਪੱਤਰਕਾਰ ਵੀ ਹੈਰਾਨ ਹੋ ਕੇ ਪੁੱਛ ਰਹੇ ਸੀ ਕਿ ਕੀ ਉਹ ਭਰਾ ਸਕਾ ਭਰਾ ਸੀ ਤਾਂ ਜਵਾਬ ਮਿਲਿਆ ਹਾਂ। ਛੁੱਟੀਆਂ ਪੈਂਦੀਆਂ ਨੇ ਗਰਮੀਆਂ ਦੀਆਂ ਤਾਂ ਅਧਿਆਪਕ ਆਪਣੇ ਪਿਤਾ ਨੂੰ ਮਿਲਣ ਜਾਂਦੀ ਹੈ ਤੇ ਉਸੇ ਸਮੇਂ ਹੀ ਉਸ ਦੇ ਨਾਲ ਇਹ ਸਾਰਾ ਕਾਂਡ ਵਾਪਰਦਾ ਹੈ। ਦੱਸ ਦਈਏ ਕਿ ਉਹ ਆਪਣੀ ਮਾਸੂਮ ਬੱਚਿਆਂ ਨੂੰ ਨਾਲ ਲੈ ਕੇ ਗਈ ਸੀ ਜਿਨ੍ਹਾਂ ਦੇ ਵੱਲੋਂ ਪੁਲਿਸ ਦੇ ਸਾਹਮਣੇ ਆਪਣੇ ਬਿਆਨ ਦਰਜ ਕਰਵਾਏ ਗਏ ਨੇ। ਪਰਿਵਾਰ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਲੜਕੀ ਦੀ ਜਾਨ ਜਾ ਚੁੱਕੀ ਹੈ। ਆਪਣੀ ਭੈਣ ਨੂੰ ਖਤਮ ਕਰਨ ਵਾਲਾ ਭਰਾ ਕਿਹੋ ਜਿਹਾ ਹੋਵੇਗਾ ਤੁਸੀਂ ਉਸ ਦੀ ਦਰਿੰਦਗੀ ਬਾਰੇ ਸੋਚ ਸਕਦੇ ਹੋ। ਮ੍ਰਿਤਕਾ ਦੀ ਪਛਾਣ ਪ੍ਰਵੀਨ ਕੌਰ ਉਮਰ 32 ਸਾਲ ਦੇ ਵਜੋਂ ਹੋਈ ਹੈ ਜੋ ਕਿ ਇੱਕ ਵਿਆਹੁਤਾ ਔਰਤ ਸੀ। ਆਪਣੇ 2 ਬੱਚਿਆਂ ਦੇ ਨਾਲ ਪੇਕੇ ਘਰ ਪਿਤਾ ਨੂੰ ਮਿਲਣ ਆਈ ਹੋਈ ਸੀ। ਮ੍ਰਿਤਕਾ ਦੇ ਪਿਤਾ ਨੇ ਕਿਹਾ ਕਿ ਘਰ ਦੀ ਵੰਡ ਨੂੰ ਲੈ ਕੇ ਉਸ ਦਾ ਵੱਡਾ ਮੁੰਡਾ ਅਕਸਰ ਹੀ ਲੜਾਈ ਝਗੜਾ ਕਰਦਾ ਹੁੰਦਾ ਸੀ। ਇਸ ਤੋਂ ਬਾਅਦ ਉਹਨਾਂ ਨੇ ਸਭ ਕੁਝ ਵੰਡ ਵੀ ਦਿੱਤਾ ਸੀ ਪਰ ਇਸ ਦੇ ਬਾਵਜੂਦ ਵੀ ਪਰਿਵਾਰ ਦੇ ਵਿੱਚੋਂ ਕੁੜੱਤਣ ਅਤੇ ਲੜਾਈ ਝਗੜਾ ਖਤਮ ਨਹੀਂ ਹੋਇਆ, ਸਗੋਂ ਇਹ ਹੋਰ ਵੀ ਜ਼ਿਆਦਾ ਵੱਧਦਾ ਗਿਆ। ਇਸ ਦੇ ਚਲਦੇ ਉਸਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਦੱਸਦੇ ਕਿ ਇਸ ਵਾਰਦਾਤ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਕੁੜੀ ਦੀ ਦੇਹ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਰਖਵਾ ਦਿੱਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ। ਦੱਸਦੇ ਕਿ ਉੱਥੇ ਮੌਜੂਦ ਇਸ ਅਧਿਆਪਕਾ ਦੇ ਛੋਟੇ ਬੱਚਿਆਂ ਦੇ ਵੱਲੋਂ ਹੀ ਦੱਸਿਆ ਗਿਆ ਕਿ ਕਿਵੇਂ ਉਹ ਨਾਨਾ ਜੀ ਦੇ ਘਰ ਛੁੱਟੀਆਂ ਕੱਟਣ ਦੇ ਲਈ ਗਏ ਹੋਏ ਸੀ ਅਤੇ ਉੱਥੇ ਹੀ ਮਾਮੇ ਦੇ ਵੱਲੋਂ ਉਹਨਾਂ ਦੀ ਮਾਂ ਨੂੰ ਖਤਮ ਕੀਤਾ ਗਿਆ। ਮਾਮਲਾ ਨਿੱਕੇ ਬੱਚਿਆਂ ਨੂੰ ਸਮਝ ਲਿਆ ਜਿੱਥੇ ਬੜਾ ਦੁੱਖ ਹੈ। ਬੱਚੇ ਕਹਿ ਰਹੇ ਵੀ ਸਾਡਾ ਮਾਮਾ ਸੀ ਇੱਕ ਮਾਮੇ ਦੋਨਾਂ ਭਰਾਵਾਂ ਦਾ ਜ਼ਮੀਨ ਦਾ ਰੌਲਾ ਸੀ ਨਾ ਥਾਂ ਦਾ ਵੱਟ ਉਹਦਾ ਟੋਕੇ ਦੇ ਗੱਡਣ ਦਾ ਕਿੱਲਾ ਕੁੱਲਾ। ਉਸ ਤੋਂ ਵੱਡੇ ਭਰਾ ਨੂੰ ਛੋਟੇ ਨੂੰ ਕਹਿ ਰਿਹਾ ਸੀ ਵੀ ਤੂੰ ਇੱਥੇ ਨਾ ਲਾ। ਉਹਨੇ ਕਿਤੇ ਕਿਹਾ ਵੀ ਸਾਂਝੀ ਜਗ੍ਹਾ 'ਚ ਉਹ ਕਹਿੰਦਾ ਵੀ ਤੂੰ ਸਾਂਝੀ ਜਗ੍ਹਾ 'ਤੇ ਕਿਉਂ ਲਾ ਰਿਹਾ। ਇਸ ਗੱਲ ਨੂੰ ਮੁੱਖ ਰੱਖ ਕੇ ਜਿਹੜਾ ਦੋਸ਼ੀ ਆ ਉਹ ਬਾਹਰ ਪਟਾਈ ਕਰਦਾ ਖੇਤਾਂ ਦੀ। ਉਹ ਬਾਹਰੋਂ ਖੇਤਾਂ 'ਚ ਆਇਆ। ਇਹਦੇ ਪਿਓ ਦੇ ਮੁਤਾਬਕ ਉਹਨੇ ਪਹਿਲਾਂ ਕੰਧ ਢਾਈ ਹੈ। ਕੰਧ ਢਾਉਣ ਤੋਂ ਬਾਅਦ 'ਚ ਮੁੜ ਕੇ ਕਹਿੰਦਾ ਕਿ ਲਿਆਓ ਕੱਢੋ ਬਾਹਰ ਸ਼ੇਰ ਨੂੰ। ਉਹ ਕਿਤੇ ਪਾਣੀ ਲੈਣ ਚਲੇ ਗਏ। ਕਹਿੰਦੇ ਆ ਕਿ ਤੂੰ ਅੰਦਰ ਵੜ ਕੇ ਮਾਰਨ ਨੂੰ ਗਾਂਹ ਹੋਇਆ। ਅੱਗੋਂ ਪਹਿਲਾਂ ਉਹਦੀ ਮਾਂ ਨੂੰ ਧੱਕਾ ਤਾ ਫਿਰ ਭੈਣ ਅੱਗੋਂ ਛਡਾਉਣ ਵਾਸਤੇ ਤੇ ਉਹਨੇ ਭੈਣ ਤੋਂ ਦੱਸੀਏ ਮਾਰ। ਇਹ ਰੀਅਲ ਸਿਸਟਰ ਸੀਗੀ ਜੀ? ਰੀਅਲ ਸਿਸਟਰ।
ਇਹ ਕਿੱਥੋਂ ਦੀ ਸੀਗੀ ਤੇ ਕੀ ਨਾਮ ਨੂੰ ਸੀਗਾ ਜੀ? ਕਦੋਂ ਦੀ ਆਈ ਹੋਈ ਸੀਗੀ ਘਰ? ਇਹਨੂੰ 3-4 ਦਿਨ ਆਈ ਨੂੰ। ਭੈਣ ਜੀ ਉਹ ਟੀਚਰ ਸੀ, ਪ੍ਰਾਈਵੇਟ ਮੁਹੱਲੀ ਲੱਗੀ ਸੀ। ਇਹ ਮਤਲਬ ਛੁੱਟੀਆਂ ਤੇ ਘਰੇ ਰਹਿਣ ਆਈ ਸੀ? ਹਾਂ, ਛੁੱਟੀਆਂ ਦੇ ਕਿਹੜੇ ਟਿਕਣ ਪਿੰਡ ਮਿਲਣ ਵਾਸਤੇ ਆਏ। ਹਾਂਜੀ, ਕਿਹੜੇ ਪਿੰਡ? ਬਾਹਮਣੀ ਪਿੰਡ ਤੋਂ ਰਹਿਣ ਵਾਲੇ, ਬਾਹਮਣੀ ਤੋਂ। ਅੱਜ ਕੱਲ੍ਹ ਬੱਚੇ ਕਰਕੇ ਮੁਹੱਲੀ ਉੱਥੇ ਚੰਡੀਗੜ੍ਹ ਦੀ। ਅੱਛਾ, ਕੀ ਨਾਂ ਸੀਗਾ ਲੇਡੀਜ਼ ਦਾ ਜਿਹਦੀ ਮੌਤ ਹੋਈ ਹੈ ਜੀ? ਉਹਦਾ ਨਾਮ ਪ੍ਰਵੀਨ ਰਾਣੀ। ਪ੍ਰਵੀਨ ਰਾਣੀ। ਸਰ, ਐਸਾ ਹਾਦਸੇ ਨੂੰ ਜਿਹੜਾ ਅੰਜਾਮ ਦੇਣ ਵਾਲਾ ਵਿਅਕਤੀ ਹੈ ਉਹਦੇ ਵੱਲੋਂ ਕੀ ਨਸ਼ਾ ਪੱਤਾ ਵੀ ਕੀਤਾ ਹੋਇਆ ਸੀ ਉਸ ਸਮੇਂ? ਪਤਾ ਨਹੀਂ ਇਸ ਬਾਰੇ ਜੀ ਮੈਨੂੰ, ਜਦੋਂ ਫੜਾਂਗੇ ਜਾਂ ਪਤਾ ਲੱਗੂਗਾ ਕੀ ਹੈ। ਇਸ ਪੂਰੀ ਵਾਰਦਾਤ ਹੋਈ ਕਿੱਥੇ ਹੈ ਜੀ? ਕਿਹੜੇ ਪਿੰਡ ਹੋਈ ਹੈ ਤੇ ਕਿੱਥੇ ਇਹ ਵਾਕਿਆ ਹੋਇਆ? ਇਹ ਉਜਾਂ ਵਾਲੀ ਪਿੰਡ ਦਾ ਵਾਰਦਾਤ ਹੈ ਜੀ। ਦੋਸ਼ੀ ਦਾ ਨਾਮ ਹੈਗਾ ਬਲਜਿੰਦਰ ਸਿੰਘ ਪੁੱਤਰ ਜਰਨੈਲ ਸਿੰਘ। ਜਿਹੜੀ ਇਹਦੀ ਘਰ ਵਾਲੀ ਆ ਉਹਦਾ ਨਾਮ ਹੈਗਾ ਪੂਜਾ ਰਾਣੀ ਪਤਨੀ ਬਲਜਿੰਦਰ ਸਿੰਘ। ਤੇ ਜਿਹੜੀ ਮ੍ਰਿਤਕ ਹੈ ਉਹਦਾ ਨਾਮ ਪ੍ਰਵੀਨ ਰਾਣੀ ਪਤਨੀ ਕ੍ਰਿਸ਼ਨ ਸਿੰਘ। ਤੇ ਇਹ ਬੱਚਿਆਂ ਦੀ ਅੱਖਾਂ ਦੇ ਸਾਹਮਣੇ ਹੋਇਆ ਜੀ? ਤੁਹਾਡੇ ਸਾਹਮਣੇ ਦੱਸ ਰਿਹਾ ਜੀ। ਇਹਨਾਂ ਦੇ ਬਿਆਨ ਆਪਾਂ ਕਲਮਬੰਦ ਕਰਾਂਗੇ, ਕਾਰਵਾਈ ਕਰਦੇ ਹਾਂ। ਇਹਨਾਂ ਮਾਸੂਮ ਬੱਚਿਆਂ ਦੇ ਬਾਰੇ ਵੀ ਉਸ ਮਾਮੇ ਦੇ ਵੱਲੋਂ ਨਹੀਂ ਸੋਚਿਆ ਗਿਆ। ਹਮੇਸ਼ਾ ਦੇ ਲਈ ਇਹਨਾਂ ਬੱਚਿਆਂ ਦੇ ਮਨਾਂ ਦੇ ਵਿੱਚੋਂ ਰਿਸ਼ਤਿਆਂ ਤੋਂ ਹੀ ਵਿਸ਼ਵਾਸ ਉੱਠ ਗਿਆ ਹੋਣਾ। ਛੁੱਟੀਆਂ ਕੱਟਣ ਆਏ ਖੁਸ਼ੀ-ਖੁਸ਼ੀ ਆਪਣਾ ਬੈਗ ਤਿਆਰ ਹੋ ਕੇ ਨਾਨੇ ਦੇ ਘਰ ਪਹੁੰਚੇ ਇਹ ਬੱਚੇ ਇਸ ਚਾਹ ਦੇ ਵਿੱਚ ਰਹਿ ਰਹੇ ਸੀ ਕਿ ਇਹ ਸਾਡਾ ਨਾਨਕਾ ਪਰਿਵਾਰ ਹੈ, ਇੱਥੇ ਜਾ ਕੇ ਸਾਨੂੰ ਹਰ ਖੁਸ਼ੀਆਂ ਮਿਲਣੀਆਂ ਨੇ। ਪਰ ਇੱਥੇ ਆਉਣ ਤੋਂ ਬਾਅਦ ਉਹਨਾਂ ਦੀਆਂ ਸਾਰੀਆਂ ਖੁਸ਼ੀਆਂ ਹੀ ਲੁੱਟ ਗਈਆਂ। ਨਾ ਤਾਂ ਇਹ ਬੱਚੇ ਕੁਝ ਖਾ ਰਹੇ ਸੀ ਅਤੇ ਨਾ ਹੀ ਪਾਣੀ ਤੱਕ ਪੀ ਰਹੇ ਸੀ। ਉੱਥੇ ਮੌਜੂਦ ਰਿਸ਼ਤੇਦਾਰਾਂ ਦੇ ਵੱਲੋਂ ਸਮਝਾ ਬੁਝਾ ਕੇ ਪਾਣੀ ਤਾਂ ਪਿਲਾ ਦਿੱਤਾ ਗਿਆ ਅਤੇ ਉਮੀਦ ਜਤਾਈ ਗਈ ਕਿ ਤੁਹਾਡੀ ਮਾਂ ਬਿਲਕੁਲ ਠੀਕ ਹੋ ਜਾਵੇਗੀ। ਉਸ 'ਤੇ ਹਮਲਾ ਭਾਵੇਂ ਕੀਤਾ ਗਿਆ ਸੀ ਘਰ ਦੇ ਵਿੱਚ ਹੀ ਮੌਜੂਦ ਮਾਮੇ ਦੇ ਵੱਲੋਂ, ਪਰ ਫਿਰ ਵੀ ਬੱਚਿਆਂ ਨੂੰ ਆਸ ਸੀ ਕਿ ਸਾਡੀ ਮਾਂ ਠੀਕ ਹੋ ਜਾਣੀ ਹੈ। ਨਾਨੇ ਅਤੇ ਮਾਮਿਆਂ ਦੇ ਵੱਲੋਂ ਦਿੱਤਾ ਗਿਆ ਇਹ ਭਰੋਸਾ ਕਿ ਦੂਸਰੇ ਸਕੇ ਭਰਾ ਨੂੰ ਸਜ਼ਾ ਮਿਲੇਗੀ ਕਿਉਂਕਿ ਉਸਨੇ ਗਲਤ ਕੰਮ ਕੀਤਾ। ਦਰਅਸਲ ਇਹ ਸਾਰਾ ਮਾਮਲਾ ਜ਼ਮੀਨ ਨੂੰ ਲੈ ਕੇ ਲੜਾਈ ਝਗੜਾ ਸ਼ੁਰੂ ਹੁੰਦਾ ਹੈ, ਜਿਸ ਕਰਕੇ ਉਸਨੇ ਆਪਣੇ ਰਿਸ਼ਤਿਆਂ ਨੂੰ ਹੀ ਖਤਮ ਕਰ ਦਿੱਤਾ ਸੀ। ਪੈਸੇ ਦੀ ਲਾਲਚ ਦੇ ਅੱਗੇ ਅੰਨੇ ਹੋਏ ਵਿਅਕਤੀ ਇਹ ਵੀ ਭੁੱਲ ਜਾਂਦੇ ਨੇ ਕਿ ਜ਼ਿੰਦਗੀ ਤੋਂ ਕੀਮਤੀ ਕੋਈ ਵੀ ਚੀਜ਼ ਨਹੀਂ ਹੈ। ਇਹ ਜ਼ਿੰਦਗੀ ਹੀ ਉਹ ਚੀਜ਼ ਹੈ ਜਿਹਦੇ ਸਹਾਰੇ ਤੁਹਾਨੂੰ ਬਾਕੀ ਦੀਆਂ ਸਾਰੀਆਂ ਚੀਜ਼ਾਂ ਹਾਸਿਲ ਹੋ ਸਕਦੀਆਂ ਨੇ। ਜੇਕਰ ਤੁਸੀਂ ਕਿਸੇ ਦੀ ਜ਼ਿੰਦਗੀ ਦੀ ਕਦਰ ਨਹੀਂ ਕਰਦੇ ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਕਦੇ ਖੁਸ਼ੀਆਂ ਨਹੀਂ ਆ ਸਕਦੀਆਂ। ਇਹ ਤਸਵੀਰਾਂ ਆਪ ਬੋਲ ਰਹੀਆਂ ਨੇ ਕਿ ਕਿਵੇਂ ਇੱਕ ਪੂਰੇ ਘਰ ਨੂੰ ਉਜਾੜ ਦਿੱਤਾ ਗਿਆ। ਇੱਥੇ ਮਾਸੂਮ ਬੱਚੇ ਆਪਣੀ ਮਾਂ ਨੂੰ ਉਠਾਉਣ ਦੀ ਕੋਸ਼ਿਸ਼ ਦੇ ਵਿੱਚ ਨੇ। ਇਹ ਕੁਝ ਤਸਵੀਰਾਂ ਅਜਿਹੀਆਂ ਸਾਹਮਣੇ ਆਈਆਂ ਜੋ ਕਿ ਡਰਾ ਦੇਣ ਵਾਲੀਆਂ ਸਨ। ਇਸ ਕਰਕੇ ਤੁਹਾਡੇ ਨਾਲ ਇਹ ਸਾਂਝੀਆਂ ਨਹੀਂ ਕੀਤੀਆਂ ਜਾ ਰਹੀਆਂ ਵੈਸੇ ਕਿ ਇਸ ਪੂਰੇ ਮਾਮਲੇ ਤੋਂ ਬਾਅਦ ਬੱਚਿਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਪਰ ਪੁਲਿਸ ਵਾਲਿਆਂ ਦੇ ਵੱਲੋਂ ਬਣਦੀ ਕਾਰਵਾਈ ਕਰਨ ਦਾ ਭਰੋਸਾ